ਸਤਨਾਮ ਗੁਰੂ ਸਾਹਿਬ ਜੀ। ਸਾਧੂ ਇਹੋ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਹਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨਹੁ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਿਹ ਨ ਜਮ ਕੈ ਧਾਮ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨਹੁ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਿਹ ਨ ਜਮ ਕੈ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ, ਦੀਨਾ ਬੰਧੂ, ਕਿਰਪਾ ਦੇ ਸਾਗਰ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਹ ਪਵਿੱਤਰ ਸਤਸੰਗਤ ਦਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਬੈਰਾਗ ਦੀ ਮੂਰਤ ਸਤਿਗੁਰੂ ਜੀ, ਹਜ਼ੂਰ ਦਾ ਪਵਿੱਤਰ ਸ਼ਹੀਦੀ ਗੁਰਪੁਰਬ 8 ਤਰੀਕ ਨੂੰ ਆ ਰਿਹਾ ਹੈ। ਅੱਜ ਪੰਥ ਵਾਲੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ। ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਪਿਛਲੇ ਪਾਸੇ
ਸਤਿਗੁਰੂ ਜੀ ਦੀ ਪਵਿੱਤਰ ਯਾਦਗਾਰ ਬਣਿਆ ਹੋਇਆ ਪਵਿੱਤਰ ਦਮਦਮਾ ਸਾਹਿਬ ਅਸਥਾਨ, ਜਿਸ ਉੱਚੇ ਦਮਦਮਾ ਸਾਹਿਬ ਦੇ ਅਸਥਾਨ 'ਤੇ ਸਤਿਗੁਰੂ ਜੀ ਨੂੰ ਗੁਰਿਆਈ ਤਿਲਕ ਹੋਇਆ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਭਾਈ ਰਾਮ ਕੋਇਰ ਜੀ ਨੇ ਸਤਿਗੁਰੂ ਜੀ ਦੇ ਮਸਤਕ 'ਤੇ ਗੁਰਿਆਈ ਦਾ ਤਿਲਕ ਜੋ ਆਦਿ ਮਰਿਆਦਾ ਗੁਰੂ ਘਰ ਤੋਂ ਚਲੀ ਆਈ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਹੋਣ ਕਰਕੇ ਸਤਿਗੁਰੂ ਜੀ ਦੇ ਮਸਤਕ ਦੇ ਉੱਤੇ ਆਪ ਜੀ ਨੇ ਅੱਜ ਦੇ ਦਿਨ ਗੁਰਿਆਈ ਤਿਲਕ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਦਿੱਲੀ ਦੇ ਕਾਰਾਗ੍ਰਹਿ ਤੋਂ ਗੁਰਿਆਈ ਸੱਚੇ ਪਾਤਸ਼ਾਹ ਜੀ ਨੇ ਅਰਪਣ ਕੀਤੀ, ਜੋ ਸ਼ਾਮ ਦੀ ਇਤਿਹਾਸ ਦੀ ਕਥਾ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਸਾਰੀ ਰਸਮ ਗੁਰਿਆਈ ਦੀ ਹੋਈ ਸੀਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਪੁਰਬ ਹੈ ਅਤੇ 8 ਤਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਹੈ। ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਮਹਾਰਾਜ ਦੀ ਤੁਰ ਕੀ ਬਾਣੀ ਦੀ ਇਹ ਕਥਾ ਆਰੰਭ ਹੋਈ ਸੀ। ਭੋਗ ਦੇ 20 ਸ਼ਲੋਕ ਸੰਪੂਰਨ ਹੋਏ ਹੈ। ਜਿਵੇਂ ਅੱਗੇ 21ਵੇਂ ਸ਼ਲੋਕ ਵਿੱਚ ਮਹਾਰਾਜ ਜੀ ਸਿੱਖਿਆ ਦੇ ਰਹੇ ਹੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸਿੱਖਿਆ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜ਼ੂਰ ਦੇ ਅੰਮ੍ਰਿਤ ਪਵਿੱਤਰ ਸਰੂਪ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਵਾ ਗੁਣ ਗੋਬਿੰਦ ਭਜੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨਰਕਾਂ ਤੋਂ ਬਚਣ ਦਾ ਹਜ਼ੂਰ ਸਾਨੂੰ ਤਰੀਕਾ ਦੱਸਦੇ ਹੈ ਕਿ ਮਹਾਰਾਜ ਜਮ ਦੇ ਘਰ ਵਿੱਚ ਪੈਣੋਂ ਜੇ ਬਚ ਜਾਈਏ ਕਿਵੇਂ ਬਚ ਰਹੀਦਾ ਹੈ। ਮਹਾਰਾਜ ਸਾਨੂੰ ਜਮਾਂ ਦੀ ਫਾਹੀ ਨਾ ਪਵੇ। ਆਪ ਕਿਰਪਾ ਕਰਕੇ ਕੋਈ ਇਹੋ ਜਿਹਾ ਤਰੀਕਾ ਦੱਸੋ ਕਿ ਜਮ ਆਪਣੀ ਫਾਹੀ ਨਾ ਗਲ ਵਿੱਚ ਪਾ ਸਕਣ। ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਆ, ਗੁਰਸਿੱਖੋ ਜਿਹਵਾ ਗੁਣ ਗੋਬਿੰਦ ਭਜੋ। ਜੇ ਮਨ ਨਹੀਂ ਟਿਕਦਾ ਤਾਂ ਵੀ ਆਪਣੀ ਜੀਭਾ ਦੇ ਨਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ ਕਰੋ। ਭਜਨ ਕਰਨਾ ਹੁੰਦਾ ਹੈ ਮੁਖ ਤੋਂ ਜੀਭਾ ਦੇ ਨਾਲ ਗੁਰੂ ਜੀ ਦਾ ਦਿੱਤਾ ਹੋਇਆ ਵਾਹਿਗੁਰੂ ਮੰਤਰ ਜਪਣਾ। ਵਾਹਿਗੁਰੂ 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 ਇਹ ਜੀਭਾ ਨੂੰ ਭਜਨ ਕਰਨ ਵਿੱਚ ਲਾਉਣਾ। ਏਡਾ ਵੱਡਾ ਫਲ ਮਹਾਰਾਜ ਜੀ ਦੱਸ ਰਹੇ ਹੈ ਕਿ ਜਿਹਵਾ ਗੁਣ ਗੋਬਿੰਦ ਭਜੋ। ਅਤੇ ਜੇ ਜੀਭਾ ਨੂੰ ਵੀ ਛੱਡ ਦਈਏ ਖੁੱਲ੍ਹੇ ਅਤੇ ਫਿਰ ਭਜਨ ਕਰਨ ਵਾਸਤੇ ਕਿਵੇਂ ਮਨ ਇਕਾਗਰ ਹੋਊਗਾ। ਜੀਭਾ ਨੂੰ ਪਹਿਲਾਂ ਲਾਉਣਾ ਹੀ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਗੋ ਕਹੀਏ ਇੰਦਰੀਆਂ ਦਾ, ਬਿੰਦ ਕਹੀਏ ਪ੍ਰਕਾਸ਼ਕ ਹੈ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਭਾਈ ਜੀਭਾ ਦੇ ਨਾਲ ਉਸ ਇੰਦਰੀਆਂ ਦੇ ਪ੍ਰਕਾਸ਼ਕ ਵਾਹਿਗੁਰੂ ਦਾ ਭਜਨ ਕਰਨਾ ਕਰੋ। ਕਰਨ ਸੁਨੋ ਹਰ ਨਾਮ। ਫਿਰ ਕੰਨਾਂ ਨੂੰ ਖੁੱਲ੍ਹਿਆਂ ਨਾ ਛੱਡੋ ਅਤੇ ਕੰਨਾਂ ਦੇ ਨਾਲ ਹਰੀ ਨਾਮ ਦੀ ਉਸਤਤ ਸੁਣਨਾ ਕਰੋ। ਕੰਨਾਂ ਦੇ ਨਾਲ ਕੀਰਤਨ ਸੁਣੋ। ਕੰਨਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਕਥਾ ਸੁਣੋ। ਸੱਚੇ ਪਾਤਸ਼ਾਹ ਕਹਿੰਦੇ ਹਰੀ ਨਾਮ ਨੂੰ ਆਪਣੇ ਕੰਨਾਂ ਨਾਲ ਸੁਣੋ। ਜਿਹਵਾ ਦੇ ਨਾਲ ਜਪੋ ਅਤੇ ਕੰਨਾਂ ਦੇ ਨਾਲ ਸੁਣੋ।
ਜਿਵੇਂ ਮਹਾਰਾਜ ਜੀ ਆਖਿਆ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਨਣਾ ਗੁਰ ਨਾਉ। ਕੰਨਾਂ ਦੇ ਨਾਲ ਸੁਣੋ ਵਾਹਿਗੁਰੂ ਜੀ ਦਾ ਨਾਮ। ਜੇ ਕੰਨਾਂ ਵਿੱਚ ਗੀਤ ਹੀ ਸੁਣੀ ਜਾਵਾਂਗੇ, ਅਸ਼ਲੀਲ ਗੱਲਾਂ ਸੁਣੀ ਜਾਵਾਂਗੇ, ਗੱਪਾਂ ਮੂੰਹ ਨਾਲ ਮਾਰੀ ਜਾਣੀਆਂ ਤੇ ਕੰਨਾਂ ਨਾਲ ਗੱਪਾਂ, ਝੂਠ ਗੱਲਾਂ, ਹਾਸੇ ਠੱਠੇ ਸੁਣੀ ਜਾਣੇ, ਉਹਨਾਂ ਦਾ ਕੀ ਲਾਭ ਹੈ? ਨੁਕਸਾਨ ਹੈ। ਸਗੋਂ ਮਨੁੱਖਾ ਦੇਹ ਜਿਹੜੀ ਹੈ ਨਾ, ਉਹ ਫਿਰ ਅਜਾਈਂ ਚਲੀ ਜਾਂਦੀ ਹੈ। ਕਿਉਂਕਿ ਮਹਾਰਾਜ ਜੀ ਨੇ ਆਖਿਆ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਇਸ ਕਰਕੇ ਮਹਾਰਾਜ ਸਿੱਖਿਆ ਦਿੰਦੇ ਆ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਵੇਖ, ਜੇ ਤੂੰ ਜਮਾਂ ਦੀ ਮਾਰ ਤੋਂ ਬਚਣਾ ਨਾ, ਤੇ ਫਿਰ ਜਿਹਵਾ ਗੁਣ ਗੋਬਿੰਦ ਭਜੋ, ਜੀਭਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਬਾਰੰਬਾਰ ਜਪਣਾ ਹੁੰਦਾ, ਭਜਨ ਕਰਨਾ। ਸਤਿਗੁਰੂ ਜੀ ਕਹਿੰਦੇ, ਫਿਰ ਕਰਨ ਸੁਣੋ ਹਰ ਨਾਮ, ਕੰਨਾਂ ਨਾਲ ਹਰੀ ਨਾਮ ਨੂੰ ਸੁਣਿਆ ਕਰ। ਪਰਮੇਸ਼ਰ ਦੀ ਉਸਤਤ ਵਡਿਆਈ ਸੁਣਿਆ ਕਰ। ਕਹੋ ਨਾਨਕ ਸੁਨ ਰੇ ਮਨਾ। ਹਜੂਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਹੇ ਪਿਆਰੇ ਮੇਰੇ ਮਨਾ, ਸੁਣਨਾ ਕਰ। ਪਰਿਹ ਨਾ ਜਮ ਕੈ ਧਾਮ। ਫਿਰ ਤੂੰ ਜਮ ਦੇ ਘਰ ਵਿੱਚ ਨਹੀਂ ਪਵੇਂਗਾ। ਜਮਾਂ ਦਾ ਘਰ ਕਿਹੜਾ ਹੈ? ਨਰਕ। ਉਹਨਾਂ ਨਰਕਾਂ ਵਿੱਚ ਤੂੰ ਫਿਰ ਨਹੀਂ ਡਿੱਗੇਗਾ। ਜਮਾਂ ਦੀ ਫਾਹੀ ਤੇਰੇ ਗਲ ਵਿੱਚੋਂ ਟੁੱਟ ਜਾਵੇਗੀ। ਜਿਹੜਾ ਹੈ ਮਨ, ਉਹਨੂੰ ਗਜ ਤੇ ਜ਼ਬਾਨ ਨੂੰ ਕੈਂਚੀ ਬਣਾਉਣਾ। ਜਿਹੜੀ ਵਾਹਿਗੁਰੂ 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 ਜਪਦੀ ਹੈ ਨਾ ਰਸਨਾ, ਇਹ ਕੈਂਚੀ ਬਣ ਜਾਂਦੀ ਹੈ। ਮਹਾਰਾਜ ਨੇ ਕਿਹਾ, ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਜਮ ਦੀ ਫਾਹੀ ਇਹ ਰਸਨਾ ਨਾਲ ਜਦੋਂ ਜਪੀਏ ਵਾਹਿਗੁਰੂ, ਫਿਰ ਕੱਟੀ ਜਾਂਦੀ ਹੈ। ਮਹਾਰਾਜ ਕਹਿੰਦੇ, ਫਿਰ ਭਾਈ ਜਮ ਦੇ ਘਰ ਵਿੱਚ ਨਹੀਂ ਪਵੋਗੇ। ਜੋ ਪ੍ਰਾਨੀ ਮਮਤਾ ਤਜੈ। ਜਿਹੜਾ ਪ੍ਰਾਣਾਧਾਰੀ ਜੀਵ ਮਾਇਆ ਦੀ ਮਮਤਾ ਮੇਰ ਤਜ ਦਿੰਦਾ, ਛੱਡ ਦਿੰਦਾ ਏ। ਲੋਭ ਮੋਹ ਅਹੰਕਾਰ। ਫਿਰ ਪਦਾਰਥਾਂ ਦਾ ਲੋਭ ਤਿਆਗ ਦਿੰਦਾ, ਜਥਾ ਲਾਭ ਤਥਾ ਸੰਤੁਸ਼ਟ ਰਹਿੰਦਾ ਹੈ ਕਿ ਅੱਛਾ ਮੇਰੀ ਪ੍ਰਾਰਬਧ ਵਿੱਚ ਮਹਾਰਾਜ ਨਹੀਂ ਸੀ ਨਾ ਲਿਖਿਆ, ਇਸ ਕਰਕੇ ਮਨਾ ਤੂੰ ਚੂਰ ਨਾ। ਜੋ ਵਾਹਿਗੁਰੂ ਨੇ ਦਿੱਤਾ ਉਹਦੇ 'ਚ ਪ੍ਰਸੰਨ ਰਹੋ। ਸੁੱਕੀ ਰੋਟੀ ਖਾ ਕੇ ਵੀ ਵਾਹਿਗੁਰੂ ਦਾ ਉਹ ਸ਼ੁਕਰਾਨਾ ਕਰਦਾ ਹੈ, ਪਰਮੇਸ਼ਰ ਦੀ ਬੰਦਗੀ ਵਿੱਚ ਚਿੱਤ ਜੋੜਦਾ ਹੈ। ਮਹਾਰਾਜ ਕਹਿੰਦੇ, ਜਿਹਨੂੰ ਲੋਭ ਤਿਆਗ ਦਿੱਤਾ ਸੁਖੀ ਹੋ ਜਾਂਦਾ ਹੈ। ਤੇ ਫਿਰ ਸਰੀਰਾਂ ਦੇ ਮੋਹ ਕਰਕੇ ਜੀਵ ਵਿਜੋਗ ਵਿੱਚ ਪਏ ਰੋਂਦੇ ਹੈ। ਮਹਾਰਾਜ ਕਹਿੰਦੇ, ਜਿਨ ਸਰੀਰਾਂ ਦਾ ਮੋਹ ਵੀ ਤਿਆਗ ਦਿੱਤਾ ਹੈ ਤੇ ਵੱਡਾ ਭਾਰ ਹੁੰਦਾ ਸਿਰ ਤੇ ਚੱਕਿਆ ਅਹੰਕਾਰ ਦਾ। ਜਿਨ ਮਹਾਰਾਜ ਕਹਿੰਦੇ ਹੰਕਾਰ ਦਾ ਵੀ ਤਿਆਗ ਕਰ ਦਿੱਤਾ ਹੈ, ਸਭ ਦੇ ਚਰਨਾਂ ਦੀ ਧੂੜ ਜਿਹਦਾ ਮਨ ਹੋ ਗਿਆ ਏ। ਕਹੋ ਨਾਨਕ ਆਪਨ ਤਰੈ। ਮਹਾਰਾਜ ਜੀ ਕਹਿੰਦੇ, ਏਡਾ ਪੁਰਖ ਭਾਈ ਜਿਹੜਾ ਇੰਨੀ ਅਵਸਥਾ ਤੱਕ ਪਹੁੰਚ ਚੁੱਕਾ ਨਾ, ਕਹੋ ਨਾਨਕ ਆਪਨ ਤਰੈ। ਉਹ ਆਪ ਤਾਂ ਤਰਦਾ ਇਸ ਸੰਸਾਰ ਸਮੁੰਦਰ ਤੋਂ। ਔਰਨ ਲੇਤ ਉਧਾਰ। ਸਗੋਂ ਉਹ ਹੋਰਨਾਂ ਨੂੰ ਵੀ ਉਧਾਰ ਲੈਂਦਾ ਹੈ। ਜਿਹੜੇ ਜਿਹੜੇ ਉਹਦੀ ਸੰਗਤ ਕਰਦੇ ਆ ਨਾ, ਉਹ ਹੀ ਸੰਸਾਰ ਤੋਂ ਉਧਰ ਜਾਂਦੇ ਆ। ਕਿਸ ਦੀ ਸੰਗਤ ਕਰਨ ਨਾਲ? ਜਿਨ ਮਾਇਆ ਦੀ ਮੇਰ ਤਿਆਗ ਦਿੱਤੀ ਹੈ, ਵਾਹਿਗੁਰੂ ਦੀ ਸਮਝੀ ਹੋਈ ਹੈ ਮਾਇਆ। ਫਿਰ ਲੋਭ ਛੱਡ ਦਿੱਤਾ ਹੈ, ਮੋਹ ਛੱਡ ਦਿੱਤਾ ਹੈ, ਹੰਕਾਰ ਦਾ ਤਿਆਗ ਕਰ ਦਿੱਤਾ ਹੈ। ਐਸੇ ਮੁਕਤ ਪੁਰਖ ਦੀ ਸੰਗਤ ਕਰਨ ਨਾਲ ਜਿਹੜੇ ਸੰਗੀ ਲੋਕ ਹੈ ਉਹ ਵੀ ਤਰ ਜਾਂਦੇ ਹੈ। ਆਪ ਤਾਂ ਸਤਿਪੁਰਖ ਤਰਦਾ ਹੀ ਹੈ। ਜਿਉ ਸੁਪਨਾ ਅਰ ਪੇਖਨਾ। ਮਹਾਰਾਜ ਜੀ ਕਹਿੰਦੇ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਜਿਵੇਂ ਸੁਪਨਾ ਹੁੰਦਾ ਰਾਤ ਦਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਇਹ ਜਗਤ ਕਿਹੋ ਜਿਹਾ ਏ? ਤੇ ਹਜੂਰ ਨੇ ਕਹਿੰਦੇ ਕਿਹਾ ਏ ਕਿ ਜਿਵੇਂ ਸਿੱਖੋ ਰਾਤ ਦਾ ਸੁਪਨਾ ਹੁੰਦਾ ਹੈ। ਤੇ ਫਿਰ ਪੇਖਣਾ ਕਹਿੰਦੇ ਆ ਬਾਜੀਗਰ ਦੇ ਤਮਾਸ਼ੇ ਨੂੰ। ਜਿਵੇਂ ਪੁਤਲੀਆਂ ਦਾ ਉਹ ਤਮਾਸ਼ਾ ਹੁੰਦਾ ਹੈ ਨਾ,
ਤੇ ਜਿਵੇਂ ਬਾਜੀਗਰ ਦੇ ਖਿਡੌਣੇ ਹੁੰਦੇ ਆ, ਉਹ ਸਾਰਾ ਤਮਾਸ਼ਾ ਅਣਹੋਇਆ ਹੀ ਹੁੰਦਾ ਹੈ। ਪੁਤਲੀਆਂ ਬਣਾ ਕਰਕੇ ਇੱਕ ਰਾਜਾ, ਇੱਕ ਰਾਣੀ, ਫਿਰ ਵਜ਼ੀਰ, ਫਿਰ ਪਿਆਦੇ, ਇਹ ਸਾਰੀ ਕਹਾਣੀ ਬਣਾਈ ਹੁੰਦੀ ਹੈ, ਪਰ ਉਹ ਤਾਂ ਕੇਵਲ ਵੇਖਣ ਮਾਤਰ ਹੀ ਹੁੰਦਾ ਹੈ, ਸੱਚ ਥੋੜ੍ਹੋ ਹੁੰਦਾ ਹੈ। ਫਿਰ ਵੇਖਣਾ ਵੇਖਣ ਨੂੰ ਵੀ ਕਹਿੰਦੇ ਆ। ਜਿਵੇਂ ਤਮਾਸ਼ੇ ਆਦਿਕ ਦਾ ਵੇਖਣਾ ਹੁੰਦਾ ਹੈ, ਉਹ ਸੱਚ ਨਹੀਂ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜਾ ਸੁਪਨਾ ਹੁੰਦਾ ਰਾਤ ਦਾ, ਉਹ ਸੱਚ ਨਹੀਂ ਹੁੰਦਾ ਹੈ। ਐਸੇ ਜਗ ਕਉ ਜਾਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਗਤ ਨੂੰ ਜਾਣਨਾ ਕਰੋ, ਸਿੱਖੋ। ਜਿਹੜਾ ਜਗਤ ਹੈ ਨਾ, ਉਹ ਰਾਤ ਦੇ ਸੁਪਨੇ ਦੀ ਨਿਆਈ ਅਣਹੋਇਆ ਹੀ ਹੈ। ਜਦੋਂ ਰਾਤ ਨੂੰ ਸੁਪਨਾ ਆਉਂਦਾ ਹੈ, ਸੁਪਨੇ ਦੇ ਦੌਰਾਨ ਤਾਂ ਨਹੀਂ ਨਾ ਸਾਨੂੰ ਪਤਾ ਹੁੰਦਾ ਕਿ ਮੈਨੂੰ ਇਹ ਸੁਪਨਾ ਆ ਰਿਹਾ। ਸੁਪਨੇ ਵਿੱਚ ਉਸ ਸਮੇਂ ਸੱਚ ਹੀ ਸਮਝ ਰਹੇ ਹੋਈਦਾ ਹੈ। ਜੇ ਸ਼ੇਰ ਦਿਸ ਪਏ ਸੁਪਨੇ ਵਿੱਚ ਤਾਂ ਜੀਵ ਸੱਚਮੁੱਚ ਹੀ ਡਰ ਜਾਂਦਾ ਹੈ। ਜੇ ਦੌੜੇ ਤਾਂ ਉਹਦੇ ਕੋਲ ਦੌੜਿਆ ਨਹੀਂ ਜਾਂਦਾ ਹੈ, ਬੜਾ ਘਬਰਾਹਟ ਹੁੰਦੀ ਹੈ। ਸੁਪਨੇ ਵਿੱਚ ਹੀ ਕਈ ਡਰ ਜਾਂਦੇ ਆ ਬਹੁਤ ਜ਼ਿਆਦਾ। ਸੁਪਨੇ ਵਿੱਚ ਹੀ ਕਈ ਬੜੇ ਸੁੱਖ ਨੂੰ ਪ੍ਰਾਪਤ ਕਰਦੇ ਆ ਕਿ ਮਾਇਆ ਬੜੀ ਮਿਲੀ ਹੈ, ਪਰ ਉਹ ਸੁਪਨੇ ਦੀ ਮਾਇਆ ਅਣਹੋਈ ਹੈ ਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਜਗਤ ਦੀ ਮਾਇਆ ਵੀ ਅਣਹੋਈ ਹੈ। ਜੋ ਕੁਝ ਦਿਸ ਰਿਹਾ ਹੈ ਉਹ ਸੁਪਨੇ ਵਾਂਗ ਹੈ। ਨੀਂਦ ਵਿੱਚ ਜਦੋਂ ਜੀਵ ਜਾਂਦਾ ਹੈ, ਉਦੋਂ ਉਹਨੂੰ ਸੁਪਨਾ ਆਉਂਦਾ ਹੈ, ਤੇ ਵਾਲ ਨਾਲੋਂ ਵੀ 100ਵਾਂ ਹਿੱਸਾ ਬਰੀਕ ਨਾੜੀ ਹੈ ਜਿਹਦੇ ਵਿੱਚ ਜੀਵ ਨੂੰ ਸੁਪਨਾ ਆਉਂਦਾ, ਤੇ ਉਹਦੇ ਵਿੱਚ ਕਿਵੇਂ ਪਹਾੜ ਰਚ ਲੈਂਦਾ, ਦਰਿਆ ਰਚ ਲੈਂਦਾ, ਕਿੰਨੀ ਦੁਨੀਆ ਰਚ ਲੈਂਦਾ ਆਪਣੀ ਹੀ, ਤੇ ਹੈ ਤਾਂ ਸਾਰੀ ਅਣਹੋਈ ਨਾ। ਇਸ ਤਰ੍ਹਾਂ ਇਹ ਜੀਵ ਨੂੰ ਅਵਿਦਿਆ ਰੂਪੀ ਨੀਂਦ ਆਈ ਹੋਈ ਹੈ, ਤੇ ਇਹ ਜਗਤ ਰੂਪੀ ਸੁਪਨਾ ਵੇਖ ਰਿਹਾ ਹੈ, ਤੇ ਇਹਨੂੰ ਸੱਚ ਮੰਨ ਰਿਹਾ। ਜਿਵੇਂ ਸੁਪਨੇ ਵਿੱਚ ਜੀਵ ਨੂੰ ਸੁਪਨਾ ਨਹੀਂ ਭਾਸਦਾ, ਸੱਚ ਭਾਸਦਾ ਹੈ, ਇਸ ਤਰ੍ਹਾਂ ਜਗਤ ਵਿੱਚ ਜਿਉਂਦੇ ਹੋਏ ਮਨੁੱਖ ਨੂੰ ਅਵਿਦਿਆ ਰੂਪੀ ਨੀਂਦ ਕਰਕੇ ਇਹ ਜਗਤ ਰੂਪੀ ਸੁਪਨਾ ਨਹੀਂ ਭਾਸਦਾ, ਸੱਚ ਭਾਸ ਰਿਹਾ ਹੈ। ਇਹ ਅਵਿਦਿਆ ਕਰਕੇ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਦਾ ਮਨ ਜਾਗ ਪੈਂਦਾ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਗ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਪਤਾ ਲੱਗ ਜਾਂਦਾ ਉਹਨਾਂ ਨੂੰ। ਸੱਚੇ ਪਾਤਸ਼ਾਹ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ। ਜਿਵੇਂ ਸੁਪਨਾ ਹੁੰਦਾ ਰਾਤ ਦਾ, ਜਿਵੇਂ ਪੇਖਣਾ ਵੇਖਣਾ ਹੁੰਦਾ ਤਮਾਸ਼ਾ ਬਾਜੀਗਰ ਦਾ, ਹਜ਼ੂਰ ਕਹਿੰਦੇ ਐਸੇ ਜਗ ਕਉ ਜਾਨ। ਜਗਤ ਨੂੰ ਇਸ ਤਰ੍ਹਾਂ ਅਣਹੋਇਆ ਜਾਣਨਾ ਕਰੋ, ਜਿਵੇਂ ਬਾਜੀਗਰ ਦਾ ਤਮਾਸ਼ਾ ਅਣਹੋਇਆ ਹੈ, ਜਿਵੇਂ ਰਾਤ ਦਾ ਸੁਪਨਾ ਅਣਹੋਇਆ ਹੈ। ਇਨ ਮੈਂ ਕਛ ਸਾਚੋ ਨਹੀਂ। ਇਹਨਾਂ ਵਿੱਚੋਂ ਕੋਈ ਵੀ ਕੁਛ ਵੀ ਮਹਾਰਾਜ ਕਹਿੰਦੇ ਸੱਚ ਨਹੀਂ ਹੈ, ਨਾ ਤਾਂ ਸੁਪਨਾ ਤੇ ਨਾ ਬਾਜੀਗਰ ਦਾ ਤਮਾਸ਼ਾ। ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਵਿੱਚੋਂ ਕੁਝ ਵੀ ਸੱਚ ਨਹੀਂ ਹੈ। ਅਥਵਾ ਸਤਿਗੁਰੂ ਜੀ ਕਹਿੰਦੇ ਇਸ ਜਗਤ ਦੇ ਅੰਦਰ, ਇਸ ਸਾਰੇ ਜਗਤ ਵਿੱਚ ਕੁਝ ਵੀ ਸੱਚ ਸੁੱਚ ਨਹੀਂ ਹੈ, ਰਹਿਣ ਵਾਲਾ ਨਹੀਂ ਹੈ। ਨਾਨਕ ਬਿਨ ਭਗਵਾਨ। ਬਿਨਾਂ ਭਗਵਾਨ ਦੇ ਨਾਮ ਤੋਂ ਕੁਝ ਵੀ ਸਥਿਰ ਨਹੀਂ ਰਹਿਣ ਵਾਲਾ, ਸਭ ਕੁਝ ਹੀ ਨਾਸ਼ਵੰਤ ਹੈ। ਇੱਕੋ ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਸਦਾ ਅਮਰ ਤੇ ਅਟਲ ਹੈ। ਨਿਸ ਦਿਨ ਮਾਇਆ ਕਾਰਨੇ। ਸਤਿਗੁਰੂ ਜੀ ਕਹਿੰਦੇ ਐ ਰਾਤ ਤੇ ਦਿਨ ਮਾਇਆ ਦੇ ਕਾਰਨੇ ਵਾਸਤੇ। ਪ੍ਰਾਨੀ ਡੋਲਤ ਨੀਤ। ਇਹ ਪ੍ਰਾਣਾ ਧਾਰੀ ਜੀਵ ਜਿਹੜੇ ਆ ਨਾ, ਇਹ ਨਿਤਾ ਪ੍ਰਤੀ ਡੋਲਦੇ ਰਹਿੰਦੇ ਐ, ਭੱਜਦੇ ਰਹਿੰਦੇ ਐ। ਰਾਤ ਜੇ ਸੋਵਹਿ ਦਿਨ ਕਰਹਿ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਦੌੜਾ ਭੱਜਾ ਫਿਰਦਾ ਹੈ, ਮਾਇਆ ਰਹੀ ਇੱਧਰ ਉੱਧਰ ਡੋਲਦਾ ਫਿਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਰਾਤ ਦਿਨ ਮਾਇਆ ਦੇ ਕਾਰਨੇ ਵਾਸਤੇ। ਜੇ ਤਾਂ ਭਜਨ ਕਰਨ ਲਈ ਅੰਮ੍ਰਿਤ ਵੇਲੇ ਉੱਠਣਾ ਹੋਵੇ ਤਾਂ ਨਹੀਂ ਉੱਠਿਆ ਜਾਂਦਾ। ਆ ਜਿਹੜੇ ਦੁੱਧ ਪਾਉਣ ਵਾਲੇ ਐ ਇਹ ਇੰਡੀਆ ਦੇ ਵਿੱਚ, ਉਹ ਵੱਡੇ ਵੇਲੇ ਧਾਰਾਂ ਚੋ ਕੇ ਤੇ ਸਾਰੇ ਦਿਨ ਚੜ੍ਹਦੇ ਤੱਕ ਦੁੱਧ ਵੀ ਸਭ ਦੇ ਘਰਾਂ ਘਰਾਂ ਤੱਕ ਪਹੁੰਚਾਉਂਦੇ ਐ, ਤੇ ਉਹ ਕਿਹੜਾ ਕੋਈ ਭਜਨ ਕਰਨ ਲਈ ਜਿਹੜਾ ਹੈ ਉਹ ਵੰਡਦੇ ਫਿਰਦੇ ਐ। ਉਹਨਾਂ ਦਾ ਆਪਣਾ ਉਹ ਜਿਹੜਾ ਹੈ ਉਹ ਕਾਰੋਬਾਰ ਹੈ। ਤੇ ਕਾਹਦੇ ਵਾਸਤੇ ਹੈ? ਮਾਇਆ ਦੇ ਵਾਸਤੇ ਹੈ।
ਮਹਾਰਾਜ ਕਹਿੰਦੇ ਨੇ ਨਿਸ ਦਿਨ ਮਾਇਆ ਕਾਰਨੇ, ਚਾਹੇ ਨਿਸ ਹੋਵੇ ਰਾਤ ਹੋਵੇ ਚਾਹੇ ਹੋਵੇ ਦਿਨ, ਤੇ ਫਿਰ ਤਾਂ ਰਾਤ ਦਿਨ ਭੱਜਿਆ ਹੀ ਫਿਰਦਾ, ਭੱਜਿਆ ਹੀ ਫਿਰਦਾ। ਫਿਰ ਤਾਂ ਨੀਂਦ ਵੀ ਆਪਣੀ ਤਿਆਗ ਕੇ ਤੇ ਮਾਇਆ ਦੇ ਲਾਭ ਨੂੰ ਵੇਖਦਾ ਹੈ ਕਿ ਮਾਇਆ ਦਾ ਲਾਭ ਬੜਾ ਹੋਊਗਾ। ਤੇ ਪਰ ਜੇ ਭਜਨ ਕਰਨਾ ਹੈ ਫਿਰ ਕਹਿੰਦਾ ਹੁਣ ਰਾਤ ਹੈ, ਸੌਣ ਦਾ ਸਮਾਂ ਹੈ, ਕੋਈ ਜਾਗਣ ਦਾ ਸਮਾਂ ਥੋੜ੍ਹਾ ਹੈ। ਸੌਈਏ, ਕੰਮ ਕਰ ਜਿਹੜੇ ਆ ਉਹ ਹੁਣ ਸਵੇਰੇ ਹੋਊਗੇ, ਹੁਣ ਤਾਂ ਨੀਂਦ ਆ ਗਈ। ਤੇ ਭਜਨ ਕਰਨ ਵਾਲਾ ਕਿਹੜਾ ਸਮਾਂ ਹੈ? ਦਿਨ ਦੇ ਵਕਤ ਕਹਿੰਦਾ ਫਿਰ ਹੁਣ ਤਾਂ ਮੈਂ ਰਜੇਵੇਂ ਬੜੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਰਾਤ ਦਿਨ ਹੀ ਮਾਇਆ ਦੇ ਕਾਰਨੇ ਵਾਸਤੇ ਪ੍ਰਾਣੀ ਜਿਹੜਾ ਹੈ ਨਿਤਾ ਪ੍ਰਤੀ ਸਤਿਗੁਰੂ ਜੀ ਕਹਿੰਦੇ ਡੋਲਦਾ ਫਿਰਦਾ, ਭਾਵ ਭੱਜਿਆ ਹੀ ਫਿਰਦਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਕਦੇ ਜਿਹੜਾ ਹੈ ਕਿਤੇ ਫਿਰਦਾ ਹੈ। ਕੋਈ ਜਿਹੜੇ ਜਿਵੇਂ ਇਹ ਬਾਹਰਲੇ ਦੇਸ਼ ਵੈ ਇਹਨਾਂ 'ਚ ਵੀ ਮਾਇਆ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਹੋਣ ਕਰਕੇ ਜੀਵ ਭੱਜੇ ਹੀ ਫਿਰਦੇ ਹੈ। ਕਿਰਤ ਤਾਂ ਮਹਾਰਾਜ ਦਿੱਤੀ ਹੈ, ਕਰਨੀ ਜ਼ਰੂਰ ਚਾਹੀਦੀ ਹੈ, ਕਿਉਂਕਿ ਸਤਿਗੁਰੂ ਜੀ ਦੀ ਇਹ ਆਗਿਆ ਵੀ ਹੈ ਨਾ, ਤੇ ਕਿਰਤ ਧਰਮ ਦੀ ਕਰਨੀ ਚਾਹੀਦੀ ਹੈ। ਪਰ ਭਜਨ ਕਰਨਾ ਭੁਲਾ ਕੇ, ਸੇਵਾ ਸਿਮਰਨ ਕਰਨਾ ਛੱਡ ਕੇ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਰਾਤ ਦਿਨ ਮਾਇਆ ਦੇ ਕਾਰਨੇ ਵਾਸਤੇ ਹੀ ਡੋਲਦਾ ਰਿਹਾ ਹੈ ਪ੍ਰਾਣਾਧਾਰੀ ਜੀਵ, ਫਿਰ ਤੇਰਾ ਜਨਮ ਸਫਲ ਨਹੀਂ ਹੋਵੇਗਾ। ਹਜ਼ੂਰ ਕਹਿੰਦੇ ਪ੍ਰਾਣੀ ਜਿਹੜੇ ਹੈ ਉਹ ਡੋਲਦੇ ਫਿਰਦੇ, ਭੱਜੇ ਫਿਰਦੇ ਹਨ, ਇੱਧਰ ਉੱਧਰ ਭਟਕਦੇ ਫਿਰਦੇ ਆ। ਕੋਟਨ ਮੈਂ ਨਾਨਕ ਕੋ, ਮਹਾਰਾਜ ਜਿਨ੍ਹਾਂ ਦਾ ਭਜਨ ਵਿੱਚ ਚਿੱਤ ਜੁੜਦਾ ਉਹ ਕਿੰਨੇ ਕਾ। ਮਹਾਰਾਜ ਕਹਿੰਦੇ ਕੋਟਨ ਮੈਂ ਨਾਨਕ ਕੋ, ਕਰੋੜਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੋਈ ਇੱਕ ਵਿਰਲਾ ਹੈ। ਨਾਰਾਇਣ ਜਿਹ ਚੀਤ, ਜਿਹੜਾ ਸਾਰੇ ਹੀ ਨਰਾਂ ਦੇ ਵਿੱਚ ਆਇਨ ਆਇਆ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਉਹ ਨਾਰਾਇਣ ਪਰਮੇਸ਼ਰ ਜਿਹੜਾ ਹੈ ਜਿਸ ਦੇ ਚਿੱਤ ਵਿੱਚ ਵਸ ਗਿਆ ਹੈ, ਉਹ ਸਤਿਗੁਰੂ ਜੀ ਕਹਿੰਦੇ ਭਾਈ ਕਰੋੜਾਂ ਵਿੱਚੋਂ ਕੋਈ ਇੱਕ ਹੈ। ਜਨ ਨਾਨਕ ਕੋਟਨ ਮੈਂ ਕੋ, ਮਹਾਰਾਜ ਕਹਿੰਦੇ ਭਾਈ ਕਰੋੜਾਂ ਵਿੱਚੋਂ ਕੋਈ ਇੱਕ ਹੈ। ਭਜਨ ਰਾਮ ਕੋ ਪਾਵੈ, ਜਿਹੜਾ ਵਾਹਿਗੁਰੂ ਦੇ ਭਜਨ ਨੂੰ ਪਾ ਕੇ ਨਿਹਾਲ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤੇ ਨਹੀਂ ਹੁੰਦੇ, ਹੈਣ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਸਤਿਗੁਰੂ ਮਹਾਰਾਜ ਕਹਿੰਦੇ ਕੋਟਨ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ, ਜਿਸ ਦੇ ਚਿੱਤ ਦੇ ਅੰਦਰ ਨਾਰਾਇਣ ਵਸ ਗਿਆ, ਵਾਹਿਗੁਰੂ ਜੀ ਵਸ ਗਏ ਹੈ, ਉਹ ਕਰੋੜਾਂ ਵਿੱਚੋਂ ਕੋਈ ਇੱਕ ਵਿਰਲਾ ਹੈ। ਜੈਸੇ ਜਲ ਤੇ ਬੁੱਧ ਬੁਧਾ, ਮਹਾਰਾਜ ਜੀ ਇਹ ਸੱਚੇ ਪਾਤਸ਼ਾਹ ਹਜ਼ੂਰ ਜਗਤ ਦੀ ਰਚਨਾ ਕੈਸੀ ਹੈ? ਮਹਾਰਾਜ ਇਹਦੇ ਬਾਬਤ ਦੱਸੋ। ਤਾਂ ਸਤਿਗੁਰੂ ਜੀ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ। ਬੁੱਧ ਬੁਧਾ ਭਾਵ ਜਿਹੜਾ ਜਿਹਨੂੰ ਬੁਲਬੁਲਾ ਵੀ ਕਹਿ ਦਿੰਦੇ ਆ, ਇੱਕ ਬੂੰਦ ਦੇ ਪੈਣ ਨਾਲ ਡਿੱਗਣ ਨਾਲ ਬੁਲਬੁਲਾ ਬਣਦਾ ਹੈ, ਦੂਸਰੀ ਡਿੱਗਣ ਨਾਲ ਨਾਸ਼ ਹੋ ਜਾਂਦਾ ਹੈ। ਪਰ ਅਰਬਦ ਦੇ ਕਰਕੇ ਜੀਵ ਨੂੰ ਇਹ ਜਦੋਂ ਵਾਸ਼ਨਾ ਰੂਪੀ ਹਵਾ ਭਰਦੀ ਹੈ ਨਾ, ਤੇ ਫਿਰ ਸਰੀਰ ਰੂਪੀ ਬੁਲਬੁਲੇ ਬਣਦੇ ਆ। ਬ੍ਰਹਮ ਰੂਪੀ ਜਲ ਤੋਂ ਸਰੀਰ ਰੂਪੀ ਬੁਲਬੁਲਾ ਬਣਦਾ ਹੈ, ਤੇ ਬ੍ਰਹਮ ਰੂਪੀ ਜਲ ਵਿੱਚ ਹੀ ਸਰੀਰ ਰੂਪੀ ਬੁਲਬੁਲਾ ਅਸਥਿਤ ਰਹਿੰਦਾ ਹੈ, ਤੇ ਬ੍ਰਹਮ ਰੂਪੀ ਜਲ ਦੇ ਅੰਦਰ ਹੀ ਸਰੀਰ ਰੂਪੀ ਬੁਲਬੁਲਾ ਸਮਾ ਜਾਂਦਾ ਹੈ। ਜਿੱਥੋਂ ਉਪਜਿਆ ਉੱਥੇ ਹੀ ਸਮਾ ਜਾਂਦਾ ਹੈ। ਜਿਸ ਤਰ੍ਹਾਂ ਪਾਣੀ ਤੋਂ ਉਪਜਿਆ ਬੁਲਬੁਲਾ ਪਾਣੀ 'ਚ ਹੀ ਸਮਾ ਜਾਂਦਾ ਹੈ ਨਾ, ਮਹਾਰਾਜ ਜੀ ਕਹਿੰਦੇ ਜੈਸੇ ਜਲ ਤੇ ਬੁੱਧ ਬੁਧਾ। ਜਿਸ ਤਰ੍ਹਾਂ ਗੁਰਸਿੱਖੋ ਜਲ ਦੇ ਉੱਤੇ ਪਾਣੀ ਦਾ ਬੁਲਬੁਲਾ ਬਣਦਾ ਹੈ, ਉਪਜੈ ਬਿਨਸੈ ਨੀਤ, ਨਿਤਾ ਪ੍ਰਤੀ ਉਪਜਦੇ ਆ ਬੁਲਬੁਲੇ ਤੇ ਬਿਨਸ ਜਾਂਦੇ ਆ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਸੰਸਾਰ ਦੇ ਅੰਦਰ ਇਹ ਦੇਹਾਂ ਰੂਪੀ ਬੁਲਬੁਲੇ ਨਿਤਾ ਪ੍ਰਤੀ ਬਣ ਵੀ ਰਹੇ ਆ, ਕਿੰਨੇ ਜੀ ਜਨਮ ਲੈ ਰਹੇ ਆ, ਤੇ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਇਹ ਦੇਹਾਂ ਰੂਪੀ ਬੁਲਬੁਲੇ ਬਿਨਸ ਵੀ ਰਹੇ ਆ, ਨਾਸ਼ ਵੀ ਹੋ ਰਹੇ ਹੈ। ਜੀਵ ਸੰਸਾਰ ਨੂੰ ਅਲਵਿਦਾ ਕਹਿ ਕੇ ਜਾ ਰਹੇ ਹੈ। ਇਹ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਜੀਆਂ ਦੀਆਂ ਦੇਹਾਂ ਬੁਲਬੁਲਿਆਂ ਦੀ ਨਿਆਈ ਹਨ,
ਉਪਜਦੀਆਂ ਤੇ ਬਿਨਸ ਜਾਂਦੀਆਂ ਨਿਤਾ ਪ੍ਰਤੀ ਇਹ ਕਿਰਿਆ ਹੋ ਰਹੀ ਹੈ। ਜਗ ਰਚਨਾ ਤੈਸੇ ਰਚੀ। ਇਹ ਜਗਤ ਦੀ ਰਚਨਾ ਮਹਾਰਾਜ ਕਹਿੰਦੇ ਤਿਸ ਬੁਲਬੁਲਿਆਂ ਦੀ ਤਰ੍ਹਾਂ ਮੇਰੇ ਵਾਹਿਗੁਰੂ ਨੇ ਰਚੀ ਬਣਾਈ ਹੋਈ ਹੈ। ਕਹੋ ਨਾਨਕ ਸੁਨ ਮੀਤ। ਸਤਿਗੁਰੂ ਜੀ ਕਹਿੰਦੇ ਨੇ ਹੇ ਮਿੱਤਰ ਗੁਰਸਿੱਖ ਸੁਣਨਾ ਕਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਇਹ ਸਾਡਾ ਫਰਮਾਨ ਹੇ ਮਿੱਤਰ ਗੁਰਸਿੱਖ ਸੁਣਨਾ ਕਰ ਕਿ ਜਗਤ ਦੀ ਰਚਨਾ ਜਿਹੜੀ ਹੈ ਪਾਣੀ ਦੇ ਬੁਲਬੁਲੇ ਵਰਗੀ ਹੈ। ਪ੍ਰਾਨੀ ਕਛੂ ਨ ਚੇਤਈ। ਇਹ ਪੁਰਾਣਾ ਧਾਰੀ ਜੀਵ ਜਿਹੜਾ ਨਾ ਕੁਝ ਵੀ ਚੇਤੇ ਨਹੀਂ ਕਰਦਾ। ਮਹਾਰਾਜ ਕਹਿੰਦੇ ਇਹੋ ਜਿਹੀ ਦੀ ਹਾਲਤ ਹੈ ਬਸ ਗਾਫਲ ਹੋਇਆ ਹੀ ਕਿ ਉੱਠ ਪਏ ਫੁਰਨਿਆਂ 'ਚ ਹੀ ਚੱਲ ਪਏ, ਫਿਰ ਸੁੱਤੇ ਪਿਆ ਸੁਪਨਿਆਂ 'ਚ ਜਿਹੜਾ ਹੈ ਉਹ ਉਲਝੇ ਰਹੇ, ਫਿਰ ਗੱਲਾਂ ਬਾਤਾਂ ਹਾਸੇ ਠੱਠੇ ਬਸ ਕੁਛ ਵੀ ਸੁੱਝਦਾ ਹੀ ਨਹੀਂ। ਇਹੋ ਜਿਹੀ ਦੀ ਹਾਲਤ ਹੈ। ਪ੍ਰਾਨੀ ਕਛੂ ਨਾ ਫਿਰ ਪੜੋ। ਪ੍ਰਾਨੀ ਕਛੂ ਨ ਚੇਤਈ। ਮਹਾਰਾਜ ਕਹਿੰਦੇ ਕੁਝ ਚੇਤਾ ਹੀ ਨਹੀਂ ਕਰਦਾ ਆਪਣੇ ਮਰਨ ਦਾ ਕਿ ਮੈਂ ਇੱਕ ਦਿਨ ਸੰਸਾਰ ਨੂੰ ਛੱਡ ਕਰਕੇ ਚਲੇ ਜਾਣਾ। ਇਹ ਪ੍ਰਾਨੀ ਕੁਝ ਚੇਤਾ ਹੀ ਨਹੀਂ ਕਰਦਾ ਕਿ ਮੈਨੂੰ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਏ। ਮਦ ਮਾਇਆ ਕੈ ਅੰਧ। ਮਹਾਰਾਜ ਉਹਦਾ ਕਾਰਨ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਦਾ ਮਦ ਨਸ਼ਾ ਚੜਿਆ ਹੋਇਆ ਹੈ। ਇਹਨੇ ਮਾਇਆ ਦੀ ਮਦ ਸ਼ਰਾਬ ਜਿਹੜੀ ਹੈ ਨਾ ਉਹ ਪੀਤੀ ਹੋਈ ਹੈ ਤੇ ਪੀ ਕੇ ਮਦ ਮਦਹੋਸ਼ ਹੋ ਗਿਆ ਹੈ, ਬੌਰਾ ਹੋ ਗਿਆ ਹੈ ਤੇ ਮਹਾਰਾਜ ਕਹਿੰਦੇ ਅੱਖਾਂ ਤੋਂ ਅੰਨਾ ਹੋ ਗਿਆ ਹੈ। ਮਦ ਮਾਇਆ ਕੈ ਅੰਧ, ਅੰਨਾ ਹੋ ਗਿਆ ਹੈ। ਇਹਨੂੰ ਦਿਸਦਾ ਹੀ ਨਹੀਂ ਹੈ ਕਿ ਮੈਂ ਚੇਤਾ ਕਰਨ ਲਈ ਭਜਨ ਕਰਨ ਲਈ ਇਸ ਸੰਸਾਰ ਤੇ ਆਇਆ ਹਾਂ। ਇਹਨੂੰ ਚੇਤਾ ਹੀ ਭੁੱਲ ਗਿਆ ਕਿ ਮਰ ਕੇ ਇੱਕ ਦਿਨ ਇਸ ਸੰਸਾਰ ਤੋਂ ਮੈਂ ਜਾਣਾ ਹੈ। ਮਹਾਰਾਜ ਕਹਿੰਦੇ ਭਾਈ ਮਾਇਆ ਦੇ ਮਦ ਨਸ਼ੇ ਵਿੱਚ ਫਸ ਗਿਆ ਹੈ, ਜਿਸ ਕਰਕੇ ਇਹਦੇ ਮਨ ਬੁੱਧ ਨੇਤਰ ਅੰਨੇ ਹੋ ਗਏ ਆ। ਨਾ ਮਨ ਕਰਕੇ ਕੁਝ ਸੁਝਦਾ ਹੈ, ਨਾ ਮਹਾਰਾਜ ਕਹਿੰਦੇ ਬੁੱਧ ਕਰਕੇ ਕੁਝ ਸੁਝਦਾ ਹੈ ਇਸ ਨੂੰ। ਕਹੋ ਨਾਨਕ ਬਿਨ ਹਰ ਭਜਨ। ਮਹਾਰਾਜ ਜੀ ਫਿਰ ਕੀ ਹੁੰਦਾ ਜੇ ਭਜਨ ਵਿਸਾਰ ਕੇ ਜਿਉਂਦਾ ਤਾਂ? ਮਹਾਰਾਜ ਕਹਿੰਦੇ ਬਿਨਾਂ ਹਰੀ ਦੇ ਭਜਨ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਪਰਤ ਤਾਹੇ ਜਮ ਫੰਦ। ਫਿਰ ਜਮਾਂ ਦਾ ਫੰਦ ਰੱਸਾ ਜਿਹੜਾ ਨਾ ਫਾਹੀ ਉਹ ਗਲ ਵਿੱਚ ਮਹਾਰਾਜ ਕਹਿੰਦੇ ਪੈ ਜਾਂਦੀ ਹੈ। ਨਰਕਾਂ ਦੀਆਂ ਘੋਰ ਸਜ਼ਾਵਾਂ ਨੇ। ਫਿਰ 84 ਲੱਖ ਜੂਨ ਦਾ ਗੇੜਾ ਹੈ। ਇੰਨਾ ਭੈਦਾਇਕ ਹੈ ਨਾ ਇਹ ਸਾਰਾ ਕੁਛ। ਮਹਾਰਾਜ ਕਹਿੰਦੇ ਬੜਾ ਡਾਢਾ ਹੀ ਔਖਾ ਹੈ। ਪੁਰਸਲਾਥ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਵਾਕ ਕਹੇ ਆ ਭਗਤ ਬਾਣੀ ਵਿੱਚ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਬੜੀ ਔਖੀ ਗੱਲ ਵੈ। ਫਿਰ ਹਰੀ ਦੇ ਭਜਨ ਤੋਂ ਬਿਨਾਂ ਪਰਤ ਤਾਹੇ ਜਮ ਫੰਦ। ਉਸ ਪੁਰਾਣਾ ਧਾਰੀ ਜੀਵ ਨੂੰ ਜਿਹੜਾ ਮਦ ਮਾਇਆ ਕੈ ਅੰਧ, ਮਾਇਆ ਦੇ ਮਦ ਨਸ਼ੇ ਵਿੱਚ ਅੰਨਾ ਹੋ ਗਿਆ ਨਾ, ਫਿਰ ਮਹਾਰਾਜ ਕਹਿੰਦੇ ਉਹਦੇ ਫੰਦਾ ਪੈ ਜਾਂਦਾ, ਫਾਹੀ ਪੈ ਜਾਂਦੀ ਹੈ ਜਮਾਂ ਦੀ ਉਹਦੇ ਗਲ ਦੇ ਅੰਦਰ। ਤੇ ਫਿਰ ਨੰਗਾ ਦੋਜਕ ਜਾਲਿਆ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਬੜਾ ਪਛਤਾਵਾ ਕਰਦਾ, ਝੂਰਦਾ ਮਨਾ ਕਿਉਂ ਪਾਪ ਕੀਤੇ, ਕਿਉਂ ਔਗਣ ਕੀਤੇ। ਫਿਰ ਪਛਤਾਇਆ ਕੀ ਹੁੰਦਾ ਜਦੋਂ ਜਿਉਂਦਿਆਂ ਜੀ ਭਜਨ ਨਹੀਂ ਕੀਤਾ, ਐਵੇਂ ਅਜਾਈ ਸਮਾਂ ਗਵਾ ਦਿੱਤਾ। ਜੋ ਸੁਖ ਕੋ ਚਾਹੈ ਸਦਾ। ਮਹਾਰਾਜ ਜੀ ਮੈਂ ਤਾਂ ਸਦਾ ਹੀ ਸੁਖੀ ਰਹਿਣਾ ਚਾਹੁੰਦਾ। ਸੱਚੇ ਪਾਤਸ਼ਾਹ ਕੋਈ ਇਹੋ ਜਿਹਾ ਤਰੀਕਾ ਦੱਸੋ ਜਿਸ ਕਰਕੇ ਕਿ ਮੈਂ ਸਦਾ ਹੀ ਸੁਖੀ ਰਵਾਂ, ਦੁੱਖ ਮੇਰੇ ਲਾਗੇ ਆਵੇ ਹੀ ਨਾ। ਮਨੁੱਖ ਦੀ ਇੱਛਾ ਇਹ ਹੁੰਦੀ ਹੈ ਨਾ ਕਿ ਮੈਨੂੰ ਕਦੇ ਦੁੱਖ ਨਾ ਲੱਗੇ, ਕਦੇ ਵਿਪਤਾ ਨਾ ਪਵੇ, ਮੈਂ ਸਦਾ ਸੁਖੀ ਰਹਾਂ। ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਸੱਚੇ ਪਾਤਸ਼ਾਹ ਕਿ ਮੈਨੂੰ ਸਦਾ ਸੁਖੀ ਬਣਿਆ ਰਹੇ। ਤਾਂ ਮਹਾਰਾਜ ਜੀ ਕਹਿੰਦੇ ਹਨ ਜੋ ਸੁਖ ਕੋ ਚਾਹੈ ਸਦਾ। ਜਾਓ ਮਹਾਰਾਜ ਕਹਿੰਦੇ ਜੇ ਤਾਂ ਭਾਈ ਗੁਰਸਿੱਖਾ ਤੂੰ ਸਦਾ ਵਾਸਤੇ ਸੁਖ ਚਾਹੁੰਦਾ ਹੈ ਕਿ ਮੈਂ ਸਦਾ ਹੀ ਸੁਖੀ ਰਹਾ। ਸਰਨ ਰਾਮ ਕੀ ਲੇਹ। ਫਿਰ ਮਨ ਬਾਣੀ ਸਰੀਰ ਕਰਕੇ ਰਾਮ ਦੀ ਵਾਹਿਗੁਰੂ ਦੀ ਸ਼ਰਨ ਲੈ ਲੈ। ਮਨ ਕਰਕੇ ਮਹਾਰਾਜ ਦੇ ਅੱਗੇ ਡਿੱਗ ਜਾ, ਸਰੀਰ ਕਰਕੇ ਵਾਹਿਗੁਰੂ ਦੇ ਅੱਗੇ ਝੁਕ ਜਾ, ਤੇ ਬਾਣੀ ਕਰਕੇ ਵੀ ਝੁਕ ਜਾ। ਬਾਣੀ ਕਰਕੇ ਵੀ ਆਖ ਕਿ ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਲਾ ਮੱਥਾ ਆਪਣਾ ਸਤਿਗੁਰੂ ਜੀ ਦੇ ਚਰਨਾਂ ਵਿੱਚ, ਸ਼ਰਨ ਲੈ ਲੈ।
ਫਿਰ ਕੱਲਾ ਸਰੀਰ ਨਾ ਝੁਕੇ ਤੇਰਾ ਮਨ ਵੀ ਝੁਕ ਜਾਵੇ। ਮਹਾਰਾਜ ਕੋਈ ਨਹੀਂ ਤੇਰੇ ਤੋਂ ਬਿਨਾਂ ਮੇਰੀ ਰੱਖਿਆ ਕਰਨ ਵਾਲਾ। ਝੂਠਾ ਇਹ ਸੰਸਾਰ, ਵਿਖਾਵੇ ਦਾ ਇਹ ਸੰਸਾਰ ਸਾਰਾ, ਮਤਲਬ ਦਾ ਇਹ ਸੰਸਾਰ ਸਾਰਾ, ਆਪੋ ਆਪਣੇ ਪ੍ਰਯੋਜਨ ਕਰਕੇ ਹੀ ਸਭ ਮਹਾਰਾਜ ਕਰਦੇ ਆ। ਕੇਵਲ ਤੇ ਕੇਵਲ ਇੱਕ ਆਪ ਜੀ ਦਾ ਹੀ ਸੱਚਾ ਪਿਆਰ ਹੈ, ਕਿਉਂਕਿ ਮਹਾਰਾਜ ਨੇ ਕਿਹਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੋ ਸੁਖ ਕੋ ਚਾਹੈ ਸਦਾ। ਜੇ ਤੂੰ ਸੱਚੀ ਮੁੱਚੀ ਹੀ ਸਦਾ ਸੁਖ ਪ੍ਰਾਪਤ ਕਰਨਾ ਚਾਹੁੰਦਾ ਨਾ, ਫਿਰ ਸਰਨ ਰਾਮ ਕੀ ਲੇਹ, ਫਿਰ ਵਾਹਿਗੁਰੂ ਦੀ ਸ਼ਰਨ ਲੈ ਲੈ। ਵਾਹਿਗੁਰੂ ਦੀ ਸ਼ਰਨ ਹੁੰਦੀ ਅੰਮ੍ਰਿਤ ਵੇਲੇ ਉੱਠਣਾ, ਨਾਮ ਵਿੱਚ ਸੁਰਤ ਜੋੜਨੀ, ਸਤ ਸੰਗਤ ਕਰਨੀ, ਮਿੱਠਾ ਬੋਲਣਾ, ਪਰਉਪਕਾਰ ਕਰਨਾ। ਇਹ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਪੈਣਾ ਹੈ। ਜੇ ਕਰਕੇ ਇਹ ਕਰਮ ਨਾ ਕਮਾਵੇ, ਫਿਰ ਮਹਾਰਾਜ ਜੀ ਦੀ ਸ਼ਰਨ ਨਹੀਂ ਪਿਆ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦੁਖੀ ਰਹੇਗਾ। ਜੇ ਭਜਨ ਨਹੀਂ ਕਰੇਗਾ, ਵਾਹਿਗੁਰੂ ਦੀ ਸ਼ਰਨ ਨਹੀਂ ਪਵੇਂਗਾ, ਫਿਰ ਦੁੱਖਾਂ ਤੋਂ ਤੈਨੂੰ ਕੋਈ ਬਚਾ ਨਹੀਂ ਸਕੇਗਾ। ਬਾਣੀ ਦਾ ਵਿਸਰਨਾ ਹੀ ਦੁੱਖਾਂ ਨੂੰ ਜਿਹੜਾ ਹੈ ਉਹ ਬੁਲਾਉਣਾ ਹੈ। ਨਾਮ ਦਾ ਭੁੱਲਣਾ ਹੀ ਦੁੱਖਾਂ ਨੂੰ ਸੱਦਾ ਦੇਣਾ ਹੈ। ਜਿਹਦਾ ਭਜਨ ਵਿੱਚ ਚਿੱਤ ਜੁੜਨੋਂ ਹਟ ਜਾਂਦਾ ਹੈ, ਉਹ ਵਿਪਤਾ ਨੂੰ ਤੇ ਦੁੱਖਾਂ ਨੂੰ ਸੱਦਾ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਤੂੰ ਰਾਮ ਦੀ, ਵਾਹਿਗੁਰੂ ਦੀ ਸ਼ਰਨ ਲੈ ਲੈ, ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾ। ਆਖ ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਮੈਂ ਤਾਂ ਸ਼ਰਨ ਆ ਗਿਆ ਆਪ ਜੀ ਦੀ, ਕੋਈ ਥਾਂ ਨਹੀਂ ਤੁਹਾਡੇ ਤੋਂ ਬਿਨਾਂ। ਸੱਚੇ ਪਾਤਸ਼ਾਹ ਰੱਖਿਆ ਕਰੋ ਮਹਾਰਾਜ, ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ ਜਾਚ ਦੱਸੀ ਹੈ ਬੇਨਤੀਆਂ ਕਰਨ ਦੀ। ਜਿਵੇਂ ਕੀਰਤ ਭੱਟ ਜੀ ਨੇ ਕਿਹਾ ਹੈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਮਹਾਰਾਜ ਮੇਰੀ ਤਾਂ ਇੱਕੋ ਹੀ ਅਰਦਾਸ ਹੈ ਕਿ ਮੈਨੂੰ ਆਪਣੀ ਸ਼ਰਨ 'ਚ ਰੱਖ ਲਓ। ਕੀਰਤ ਭੱਟ ਜੀ ਕਹਿੰਦੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਤਾਂ ਮਹਾਰਾਜ ਭਟਕਿਆ ਹੋਇਆ ਸੀ, ਆਪ ਨੇ ਕਿਰਪਾ ਕੀਤੀ, ਆਪਣੇ ਦਰਸ਼ਨ ਬਖਸ਼ੇ ਹੈ। ਤੁਹਾਡੀ ਸ਼ਰਨ ਚਾਹੀਦੀ ਹੈ, ਮੈਨੂੰ ਕੁਝ ਹੋਰ ਨਹੀਂ ਚਾਹੀਦਾ, ਇਹੀ ਮੇਰੀ ਅਰਦਾਸ ਹੈ। ਮਹਾਰਾਜ ਜੀ ਕਹਿੰਦੇ, ਭਾਈ ਸ਼ਰਨ ਰਾਮ ਕੀ ਲੈ, ਵਾਹਿਗੁਰੂ ਦੀ ਸ਼ਰਨ ਲੈਣਾ ਕਰ। ਐਵੇਂ ਮਾਇਆ ਪਦਾਰਥਾਂ ਦੀ ਸ਼ਰਨ ਨਾ ਪਾਓ, ਝੂਠੇ ਸੁੱਖਾਂ ਦੀ ਸ਼ਰਨ ਨਾ ਪਾਓ, ਐਵੇਂ ਜੀਆਂ ਦੀ ਸ਼ਰਨ ਨਾ ਪੈ ਜਿਹੜੇ ਆਪ ਵਿਚਾਰੇ ਦੁਰ ਮੰਗਦੇ ਆ। ਉਹਨਾਂ ਦੀ ਸ਼ਰਨ ਪੈਣ ਨਾਲ ਤੈਨੂੰ ਕੀ ਮਿਲੇਗਾ? ਸ਼ਰਨ ਰਾਮ ਕੀ ਲੈ, ਵਾਹਿਗੁਰੂ ਦੀ ਸ਼ਰਨ ਲੈਣਾ ਕਰ, ਜੇ ਤੂੰ ਸਦਾ ਸੁਖੀ ਰਹਿਣਾ ਚਾਹੁੰਦਾ ਏ। ਕਹੋ ਨਾਨਕ ਸੁਨ ਰੇ ਮਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਹੈ ਮੇਰੇ ਪਿਆਰੇ ਮਨਾ ਸੁਣਨਾ ਕਰ। ਦੁਰਲਭ ਮਾਨੁਖ ਦੇਹ, ਕਿਉਂਕਿ ਇਹ ਜਿਹੜੀ ਤੈਨੂੰ ਮਨੁੱਖਾ ਦੇਹ ਮਿਲੀ ਹੈ ਨਾ, ਇਹ ਬੜੀ ਦੁਰਲਭ ਹੈ, ਬੜੀ ਕਠਿਨ ਹੈ, ਬੜੀ ਕਠਿਨਤਾਈ ਨਾਲ ਮਿਲੀ ਹੈ। ਦੇਵਤੇ ਚੇਤੇ ਕਰਦੇ ਆ ਕਿ ਸਾਨੂੰ ਦੇਹ ਮਿਲ ਜਾਵੇ, ਤੇ ਇਹ ਬਹੁਤ ਜ਼ਿਆਦਾ ਔਖੀ ਲੱਭਦੀ ਹੈ, ਬੜੀ ਦੁਰਲਭ ਹੈ। ਇਹ ਨਾ ਲੱਭਣ ਵਾਲੀ ਹੈ, ਪਰ ਤੈਨੂੰ ਮਿਲ ਗਈ ਹੈ, ਲੱਭ ਗਈ ਹੈ, ਤੇ ਫਿਰ ਤੂੰ ਇਹਨੂੰ ਅਜਾਈ ਕਿਉਂ ਗਵਾ ਰਿਹਾ ਹੈ? ਕਬੀਰ ਜੀ ਨੇ ਕਿਹਾ ਨਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੈ ਡਾਰ। ਜਿਵੇਂ ਪੱਕਾ ਫਲ ਡਾਲੀ ਨਾਲੋਂ ਡਿੱਗ ਜਾਂਦਾ ਨਾ, ਬਹੁਰੋਂ ਡਾਲੀ ਨਾਲ ਨਹੀਂ ਲੱਗ ਸਕਦਾ, ਇਵੇਂ ਇਹ ਮਨੁੱਖਾ ਜਨਮ ਪੱਕੇ ਹੋਏ ਫਲ ਦੀ ਤਰ੍ਹਾਂ ਹੈ। ਜਦੋਂ ਤੇਰੀ ਸਵਾਸਾਂ ਰੂਪੀ ਡਾਲੀ ਟੁੱਟ ਗਈ, ਤੇਰੇ ਦੇਹ ਰੂਪੀ ਫਲ ਨੇ ਡਿੱਗ ਜਾਣਾ ਹੈ। ਤੈਨੂੰ ਨਹੀਂ ਪਤਾ ਕਿ ਤੈਨੂੰ ਕਿੱਡੀ ਮਿਹਨਤ ਮੁਸ਼ੱਕਤ ਨਾਲ ਇਹ ਮਨੁੱਖਾ ਦੇਹ ਮਿਲੀ ਹੈ, ਕਿੰਨੇ ਤਰਲੇ ਲੈ ਲੈ ਕੇ ਤੂੰ ਇਹ ਮਨੁੱਖਾ ਦੇਹੀ ਨੂੰ ਪ੍ਰਾਪਤ ਕੀਤਾ। ਬਹੁਤ ਜ਼ਿਆਦੀਆਂ ਤੂੰ ਅਰਦਾਸਾਂ ਕੀਤੀਆਂ, ਵਾਹਿਗੁਰੂ ਮੈਨੂੰ ਜਨਮ ਦੇ, ਮੈਂ ਤੇਰੀ ਬੰਦਗੀ ਕਰਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਇਹ ਮਨੁੱਖਾ ਦੇਹ ਜਿਹੜੀ ਹੈ ਬੜੀ ਦੁਰਲਭ ਹੈ। ਹਜੂਰ ਫਰਮਾਉਂਦੇ ਹਨ, ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਕਹਿੰਦੇ ਆ, ਮੇਰੇ ਪਿਆਰੇ ਮਨਾ ਸੁਣਨਾ ਕਰ। ਦੁਰਲਭ ਮਾਨੁਖ ਦੇਹ, ਇਹ ਮਨੁੱਖਾ ਦੇਹੀ ਜਿਹੜੀ ਹੈ ਬੜੀ ਦੁਰਲਭ ਹੈ, ਬੜੀ ਕਠਿਨ ਹੈ, ਬੜੀ ਮੁਸ਼ਕਲ ਲੱਭੀ ਹੈ, ਤੈਨੂੰ ਇਹਨੂੰ ਅਜਾਈ ਨਾ ਜਾਣ ਦੇ। ਮਾਇਆ ਕਾਰਨ ਧਾਵਹੀ,
ਮਾਇਆ ਦੇ ਕਾਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਭਾਈ ਧੌਂਦੇ ਆ, ਦੌੜਦੇ ਹਨ। ਮੂਰਖ ਲੋਗ ਅਜਾਨ। ਮਹਾਰਾਜ ਜੀ ਕੌਣ ਮਾਇਆ ਦੇ ਵਾਸਤੇ ਦੌੜਦੇ ਐ? ਉਹ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਆ ਕਿ ਮੇਰਾ ਤਾਂ ਦਿਮਾਗ ਹੀ ਬੜਾ, ਮੈਂ ਬਹੁਤ ਜ਼ਿਆਦਾ ਬਿਜ਼ਨਸ ਆਪਣਾ ਫੈਲਾ ਲਿਆ ਹੈ, ਬੜੀ ਜ਼ਮੀਨ ਲੈ ਲਈ, ਬੜੀਆਂ ਗੱਡੀਆਂ ਲੈ ਲਈਆਂ, ਬੜੀ ਜਾਇਦਾਦ ਬਣਾ ਲਈ। ਪਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਕੌਣ ਨੇ? ਸਤਿਗੁਰੂ ਜੀ ਕਹਿੰਦੇ ਮੂਰਖ ਲੋਕ ਅਜਾਨ। ਉਹ ਲੋਕ ਮੂਰਖ ਨੇ, ਬੇਸਮਝ ਹਨ, ਅਣਜਾਣ ਨੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਸੰਪੈ ਜਾਇਦਾਦ, ਇਹ ਸਾਰਾ ਜੋ ਕੁਝ ਫੈਲਾਅ ਹੈ ਇਹ ਨਾਲ ਨਹੀਂ ਨਿਭਣਾ। ਪਰ ਉਹਨਾਂ ਦਾ ਭੁਲੇਖਾ ਹੈ, ਸੰਸਾਰ ਦਾ ਭੁਲੇਖਾ ਹੈ। ਲੋਕ ਵੇਖ ਵੇਖ ਕੇ ਉਹਨਾਂ ਨੂੰ ਕਹਿੰਦੇ ਲੈ ਵੀ ਬਹੁਤ ਦਿਮਾਗੀ ਨਿਕਲਿਆ, ਇਹ ਤਾਂ ਬੜਾ ਜ਼ਿਆਦਾ, ਇਹਦਾ ਸਤਾਰਾ ਹੀ ਬੜਾ ਤੇਜ਼ ਹੈ, ਇਹ ਤਾਂ ਬੜੀ ਮਾਇਆ ਇਹਦੇ ਕੋਲ, ਬੜੀ ਜਾਇਦਾਦ ਬਣਾ ਗਿਆ, ਬਹੁਤ ਜ਼ਿਆਦਾ ਇਹ ਤਾਂ ਬਈ ਸਿਆਣਾ ਨਿਕਲਿਆ, ਇਹਦੇ ਮਸਤਕ ਤੇ ਭਾਗ ਬੜੇ ਚੰਗੇ। ਲੋਕ ਕਿਉਂ ਗੱਲਾਂ ਕਰਦੇ? ਜਿਹੜੇ ਉਹ ਗੱਲਾਂ ਕਰਨ ਵਾਲੇ ਵੀ ਆ ਨਾ, ਮਹਾਰਾਜ ਕਹਿੰਦੇ ਮੂਰਖ ਲੋਕ ਅਜਾਨ। ਉਹ ਅਣਜਾਣ ਨੇ, ਬੇਸਮਝ ਨੇ, ਤੇ ਸ਼ਾਸਤਰ ਗਿਆਨ ਤੋਂ ਮਹਾਰਾਜ ਕਹਿੰਦੇ ਭਾਈ ਮੂਰਖ ਹੀ ਨੇ। ਜਿਹਨੇ ਕੇਵਲ ਆਪਣੇ ਮੂੰਹ ਨੂੰ ਹੀ ਅੱਗੇ ਰੱਖਿਆ ਹੋਇਆ, ਐਸੇ ਮੂਰਖ ਜਿਹੜੇ ਮਨ ਦੇ ਹੀ ਆਖੇ ਲੱਗੀ ਜਾਂਦੇ ਐ। ਤੇ ਸਤਿਗੁਰੂ ਜੀ ਇਉਂ ਕਹਿੰਦੇ ਹਨ ਮਾਇਆ ਮਾਇਆ ਕਾਰਨ ਧਾਵਹੀ। ਮਾਇਆ ਦੇ ਕਾਰਨ ਪ੍ਰਾਪਤੀ ਵਾਸਤੇ ਧੌਂਦੇ ਆ, ਬਹੁਤ ਜ਼ਿਆਦਾ ਦੌੜਦੇ ਆ, ਦਿਨ ਨਹੀਂ ਵੇਖਦੇ, ਰਾਤ ਨਹੀਂ ਵੇਖਦੇ। ਜਿੱਦਾਂ ਮਹਾਰਾਜ ਨੇ ਕਿਹਾ ਕਿ ਨਿਸ ਦਿਨ ਮੈਂ ਰਾਤ ਦਿਨ ਹੀ ਭੱਜੇ ਫਿਰਦੇ ਹਨ। ਮੂਰਖ ਲੋਗ ਅਜਾਨ। ਭਜਨ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਭਾਈ ਫਿਰ ਅਣਜਾਣ ਨੇ ਵਾਹਿਗੁਰੂ ਜੀ ਦੀ ਸ਼ਕਤੀ ਵੱਲੋਂ, ਅਣਜਾਣ ਨੇ ਭਜਨ ਦੀ ਤਾਕਤ ਵੱਲੋਂ। ਤੇ ਸਤਿਗੁਰੂ ਜੀ ਕਹਿੰਦੇ ਮੂਰਖ ਹਨ, ਕੋਈ ਅਕਲ ਨਹੀਂ, ਬੇਸਮਝ ਹਨ। ਕਹੋ ਨਾਨਕ ਬਿਨ ਹਰ ਭਜਨ। ਸੱਚੇ ਪਾਤਸ਼ਾਹ ਜੇ ਨਹੀਂ ਭਜਨ ਕਰਦੇ ਤੇ ਕੀ ਹੁੰਦਾ? ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਕਹਿੰਦੇ ਹਨ ਕਿ ਬਿਨਾਂ ਹਰੀ ਦੇ ਭਜਨ ਤੋਂ, ਬਿਨਾਂ ਵਾਹਿਗੁਰੂ ਦੇ ਨਾਮ ਦੇ ਜਪਣ ਤੋਂ ਬਿਰਥਾ ਜਨਮ ਸਿਰਾਨ। ਜਿਹੜਾ ਜਨਮ ਹੈ ਨਾ ਸਾਰਾ ਬਿਅਰਥ ਹੀ ਮਹਾਰਾਜ ਕਹਿੰਦੇ ਲੰਘਦਾ ਜਾਂਦਾ ਹੈ। ਅਜਾਈਂ ਸਾਰਾ ਜਨਮ ਉਹਨਾਂ ਦਾ ਲੰਘਦਾ ਜਾਂਦਾ ਹੈ। ਮਾਇਆ ਵਾਸਤੇ ਜਿਹੜੇ ਰਾਤ ਦਿਨ ਦੌੜਦੇ ਰਹਿੰਦੇ ਐ, ਮੂਰਖਤਾ ਹੀ ਕਰ ਰਹੇ ਹਨ, ਭਜਨ ਨਹੀਂ ਕਰਦੇ। ਮਾਇਆ ਗੁਜਰਾਨ ਮਹਾਰਾਜ ਨੇ ਦਿੱਤੀ ਹੈ, ਉਹ ਕਿਰਤ ਕਰਨੀ ਚਾਹੀਦੀ ਹੈ। ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਇਹ ਕਿਰਤ ਕਰਨੀ ਚਾਹੀਦੀ ਹੈ। ਪਰ ਜੇ ਕਿਰਤ ਵਿੱਚ ਭਜਨ ਕਰੇ ਹੀ ਨਾ, ਨਾਮ ਜਪੇ ਹੀ ਨਾ, ਤੇ ਦਸਵੰਧ ਨਾ ਕੱਢੇ, ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀ ਉਹਦਾ ਜਨਮ ਸਫਲ ਹੋਊਗਾ? ਇਸ ਕਰਕੇ ਬਿਨਾਂ ਹਰੀ ਭਜਨ ਤੋਂ ਮਹਾਰਾਜ ਕਹਿੰਦੇ ਬਿਰਥਾ ਜਨਮ ਸਿਰਾਨ। ਸਿਰਾਨ ਹੁੰਦਾ ਜਿਹੜਾ ਸਿਰਾ ਜਾਂਦਾ, ਭਾਵ ਬੀਤ ਜਾਂਦਾ ਹੈ, ਲੰਘ ਜਾਂਦਾ ਹੈ, ਜਨਮ ਵਿਅਰਥ ਹੀ ਚਲਿਆ ਜਾਂਦਾ ਏ। ਜੋ ਪ੍ਰਾਨੀ ਨਿਸ ਦਿਨ ਭਜੈ। ਮਹਾਰਾਜ ਜੀ ਜਿਹੜਾ ਰਾਤ ਦਿਨ ਇੱਕ ਤਾਂ ਮਾਇਆ ਵਿੱਚ ਭੱਜਿਆ ਫਿਰਦਾ, ਤੇ ਜਿਹੜਾ ਮਹਾਰਾਜ ਰਾਤ ਦਿਨ ਜੋ ਪ੍ਰਾਨੀ ਨਿਸ ਦਿਨ ਭਜੈ, ਰਾਤ ਦਿਨ ਜਿਹੜਾ ਪ੍ਰਾਣੀ ਜਪਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਹਾਰਾਜ ਜੀ ਉਹ ਕੈਸਾ ਹੈ? ਹਜੂਰ ਆਪ ਕਿਰਪਾ ਕਰਕੇ ਦੱਸੋ। ਰੂਪ ਰਾਮ ਤਿਹ ਜਾਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨੂੰ ਮਨੁੱਖ ਕਰਕੇ ਨਾ ਜਾਣਿਓ, ਰੂਪ ਰਾਮ ਤਿਹ ਜਾਨ। ਉਹ ਮੇਰੇ ਵਾਹਿਗੁਰੂ ਦਾ ਰੂਪ ਹੈ, ਰਮੇ ਹੋਏ ਰਾਮ ਦਾ ਪ੍ਰਤੱਖ ਮਹਾਰਾਜ ਕਹਿੰਦੇ ਉਹ ਸਰੂਪ ਹੈ ਪ੍ਰਾਣੀ, ਜਿਹੜਾ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਏ। ਹਰ ਜਨ ਹਰ ਅੰਤਰ ਨਹੀਂ। ਉਸ ਹਰੀ ਦੇ ਜਨ ਵਿੱਚ ਤੇ ਮੇਰੇ ਹਰੀ ਵਾਹਿਗੁਰੂ ਵਿੱਚ ਮਹਾਰਾਜ ਕਹਿੰਦੇ ਅੰਤਰ ਨਹੀਂ ਹੁੰਦਾ, ਫਰਕ ਨਹੀਂ ਹੁੰਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਸੱਚੇ ਪਾਤਸ਼ਾਹ ਕਹਿੰਦੇ ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੁੰਦਾ ਹਰੀ ਦੇ ਜਨ ਪਿਆਰਿਆਂ ਵਿੱਚ ਤੇ ਹਰੀ ਦੇ ਵਿੱਚ। ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਨਾਨਕ ਸਾਚੀ ਮਾਨ। ਹਜੂਰ ਕਹਿੰਦੇ ਸਾਡੀ ਸਿੱਖਿਆ ਨੂੰ ਸੱਚੀ ਮੰਨ ਲੈ। ਇਹ ਸਾਡਾ ਕਿਹਾ ਹੋਇਆ ਉਪਦੇਸ਼ ਸੱਚਾ ਏ। ਇਹ ਨਾ ਸਮਝੀ ਕਿ ਉਹ ਮਨੁੱਖੀ ਹੈ,
ਬਾਕੀਆਂ ਵਰਗਾ ਹੀ ਹੈ। ਨਹੀਂ ਉਹ ਤਾਂ ਹਰੀ ਪ੍ਰਤੱਖ ਆਪ ਵਰਤ ਰਿਹਾ ਏ। ਮਨ ਮਾਇਆ ਮੈਂ ਫਦ ਰਹਿਓ। ਇਹ 30ਵਾਂ ਸ਼ਲੋਕ ਹੈ। ਅੱਜ ਆਪਾਂ ਇੱਥੇ ਹੁਣ ਸਮਾਪਤੀ ਕਰਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ। ਜਿਹੜਾ ਮਨ ਹੈ ਨਾ, ਇਹ ਜੀਵ ਦਾ ਮਾਇਆ ਦੇ ਵਿੱਚ ਫਸ ਗਿਆ ਹੈ। ਮਾਇਆ ਦੀ ਦਲਦਲ ਦੇ ਵਿੱਚ ਮਨ ਜਿਹੜਾ ਹੈ ਨਾ, ਪੰਕੋ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬ ਜਲੇ। ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ, ਮਨਾ ਤੂੰ ਏਕ ਮਨ ਏਕ ਨਾ ਚੇਤਸ ਮੂੜ ਮਨਾ। ਤੂੰ ਮੂਰਖ ਮਨਾ, ਇੱਕ ਨੂੰ ਕਿਉਂ ਨਹੀਂ ਚੇਤੇ ਕਰਦਾ ਹੈ? ਫਿਰ ਵਾਹਿਗੁਰੂ ਦਾ ਭਜਨ ਕਿਉਂ ਨਹੀਂ ਕਰਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਫਿਰ ਪੜੋ, ਮਨ ਮਾਇਆ ਮੈਂ ਫਦ ਰਹਿਓ। ਮਨ ਜਿਹੜਾ ਨਾ ਮਾਇਆ ਦੇ ਅੰਦਰ ਫਦ ਰਹਿਓ, ਫਸ ਰਿਹਾ ਹੈ। ਬਾਰ-ਬਾਰ ਵੇਖੋ 24 ਘੰਟੇ ਹੁੰਦੇ ਆ ਨਾ, ਤੇ 4 ਪਹਿਰ ਨੇ, ਤੇ ਦਿਨ ਦੇ 4 ਪਹਿਰ ਨੇ, ਰਾਤ ਦੇ 8 ਪਹਿਰਾਂ ਵਿੱਚ ਹਰ ਵੇਲੇ ਜੇ ਮਨ ਮਾਇਆ 'ਚ ਹੀ ਫਸ ਰਿਹਾ ਹੈ ਤਾਂ ਭਜਨ ਕਿਵੇਂ ਹੋਊਗਾ? ਹਰ ਵੇਲੇ ਮਨ ਜਿਹੜਾ ਉਹ ਮਾਇਆ 'ਚ ਹੀ ਫਸ ਰਿਹਾ ਹੈ। ਵਾਹਿਗੁਰੂ ਜੀ ਦੀ ਯਾਦ ਭੁੱਲ ਜਾਣੀ, ਸਭ ਮਾਇਆ ਹੀ ਹੈ। ਪਰਮੇਸ਼ਰ ਨਾਲ ਪਿਆਰ ਨਾ ਰਹਿਣਾ, ਸਭ ਮਾਇਆ ਦਾ ਹੀ ਸਰੂਪ ਹੈ। ਮਹਾਰਾਜ ਕਹਿੰਦੇ ਮਨ ਜਿਹੜਾ ਨਾ, ਕਹਿੰਦੇ ਆ ਫਿਰ ਮਨ ਭਜਨ 'ਚ ਕਿਉਂ ਨਹੀਂ ਲੱਗਦਾ? ਇਹ ਵਿਸ਼ਿਆਂ ਵਿਕਾਰਾਂ ਵੱਲ ਨੂੰ ਕਿਉਂ ਜਲਦੀ ਦੌੜਦਾ ਹੈ? ਸਰੀਰਕ ਰਸਾਂ ਵੱਲ ਨੂੰ ਕਿਉਂ ਦੌੜਦਾ ਹੈ? ਇਹ ਤਾਂ ਹਟਾਉਣਾ ਪੈਂਦਾ। ਇਹ ਸੁਤੇ ਹੀ ਪਰਮੇਸ਼ਰ ਨੇ ਪਾਈਆਂ ਹੋਈਆਂ ਨੇ ਚੀਜ਼ਾਂ ਅੰਦਰ। ਕਾਮ ਵਾਸ਼ਨਾ ਹੈ, ਕ੍ਰੋਧ ਹੈ, ਇਹ ਪਾਈਆਂ ਹੋਈਆਂ ਚੀਜ਼ਾਂ ਪਰਮੇਸ਼ਰ ਨੇ। ਹੁਣ ਅੱਗ ਨੂੰ ਕਿਹਨੇ ਸਿਖਾਇਆ ਉੱਪਰ ਨੂੰ ਉੱਠਣ ਨੂੰ? ਸੁਤੇ ਹੀ ਉੱਪਰ ਨੂੰ ਲਟ ਕਰਕੇ ਬਲਦੀ ਹੈ। ਇਵੇਂ ਮਨ ਦਾ ਸੁਭਾਅ ਹੈ, ਇਹ ਔਗਣਾ ਵੱਲ ਨੂੰ ਪ੍ਰਵਿਰਤ ਹੁੰਦਾ ਹੈ, ਮਾਇਆ ਦੇ ਵਿੱਚ ਫਸਦਾ ਹੈ। ਪਰ ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਸਾਹਿਬ ਦੇ ਸ਼ਬਦ ਦੀ ਤਾਕਤ ਨਾਲ ਇਹਨੂੰ ਮਨ ਨੂੰ ਕਾਮ ਵਾਸ਼ਨਾ ਤੋਂ ਹਟਾਈਦਾ, ਕ੍ਰੋਧ ਤੋਂ ਹਟਾਈਦਾ, ਲੋਭ ਤੋਂ ਹਟਾਈਦਾ, ਰੋਕ ਲਈਦਾ ਇਹਨੂੰ ਭੱਜੇ ਜਾਂਦੇ ਨੂੰ। ਨਹੀਂ ਤਾਂ ਮਹਾਰਾਜ ਕਹਿੰਦੇ ਭਾਈ ਸ਼ਬਦ ਤੋਂ ਬਿਨਾਂ ਨਹੀਂ ਰੁਕਦਾ। ਮਨ ਮਾਇਆ ਮੈਂ ਫਦ ਰਹੇ। ਮਨ ਜਿਹੜਾ ਮਾਇਆ ਦੇ ਅੰਦਰ ਜਦੋਂ ਫਸ ਰਿਹਾ ਹੈ, ਰਾਤ ਦਿਨ ਜਿਹੜਾ 8 ਪਹਿਰ ਹੀ ਮਾਇਆ ਦੇ ਫੁਰਨੇ ਆ ਰਹੇ ਆ, ਤੇ ਫਿਰ ਕੀ ਹੁੰਦਾ ਏ? ਬਿਸਰਿਓ ਗੋਬਿੰਦ ਨਾਮ। ਫਿਰ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਏ, ਵਿਸਰ ਜਾਂਦਾ ਹੈ। ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਝੋਲਾ। ਮਾਇਆ ਧਾਰੀ ਨੂੰ ਉਪਦੇਸ਼ ਸੁਣਾਇਆ ਵੀ ਨਹੀਂ ਸੁਣਦਾ, ਤਾਂ ਅੱਖਾਂ ਨਾਲ ਦੇਖਦਿਆਂ ਵੀ ਮਹਾਰਾਜ ਦੇ ਦਰਸ਼ਨ ਨਹੀਂ ਕਰ ਪਾਉਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਪ੍ਰਕਾਰ ਬਿਸਰਿਓ ਗੋਬਿੰਦ ਨਾਮ। ਉਹਨੂੰ ਫਿਰ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦਾ ਨਾਮ ਵਿਸਰ ਜਾਂਦਾ, ਭੁੱਲ ਜਾਂਦਾ ਏ। ਕਹੋ ਨਾਨਕ ਬਿਨ ਹਰ ਭਜਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਬਿਨਾਂ ਮੇਰੇ ਵਾਹਿਗੁਰੂ ਦੇ ਹਰੀ ਦੇ ਭਜਨ ਤੋਂ, ਨਾਮ ਦੇ ਜਪਣ ਤੋਂ ਜੀਵਨ ਕਉਨੇ ਕਾਮ। ਦੱਸੋ ਇਹ ਜ਼ਿੰਦਗੀ, ਇਹ ਜੀਵਨ ਮਹਾਰਾਜ ਕਹਿੰਦੇ ਕਿਹੜੇ ਕੰਮ ਆਇਆ? ਸਗੋਂ ਸਵਾਸਾਂ ਦੀ ਪੂੰਜੀ ਵੀ ਸਾਰੀ ਇੱਥੇ ਖਰਚ ਕੇ ਆਪਣਾ ਸਾਰਾ ਜੀਵਨ ਬਰਬਾਦ ਕਰਕੇ, ਲੁਟਾ ਕੇ ਵਿਸ਼ਿਆਂ ਵਿਕਾਰਾਂ ਵਿੱਚ ਆਪਣੇ ਸਵਾਸ ਤੇ ਚਲਿਆ ਗਿਆ। ਕਿਹੜੇ ਕੰਮ ਆਇਆ? ਮਹਾਰਾਜ ਕਹਿੰਦੇ ਨੇ ਕੋਈ ਕੰਮ ਨਹੀਂ ਆ ਸਕਿਆ ਇਹਦਾ ਮਨੁੱਖਾ ਸਰੀਰ। ਇਹ ਜੀਵਨ ਜਿਹੜਾ ਮਿਲਿਆ ਸੀ ਬੜਾ ਅਮੋਲਕ। ਮਹਾਰਾਜ ਕਹਿੰਦੇ ਨੇ ਬਿਨ ਹਰ ਭਜਨ ਜੀਵਨ ਕਉਨੇ ਕਾਮ। ਦੱਸੋ ਜ਼ਿੰਦਗੀ ਕਿਹੜੇ ਕੰਮ ਮੈਂ? ਕੋਈ ਵਿਸ਼ਿਆਂ ਵਿਕਾਰਾਂ ਦੀਆਂ ਪੰਡਾਂ ਜਿਹੜੀਆਂ ਪਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਕਾਰ ਪਾਥਰ ਗਲਹਿ ਬੰਨ੍ਹੈ। ਵਕਾਰਾਂ ਦੇ ਪੱਥਰ ਤੂੰ ਗਲ ਵਿੱਚ ਬੰਨ੍ਹ ਰਿਹਾ, ਫੁਰਨੇ ਆਈ ਜਾਂਦੇ, ਤੈਨੂੰ ਆਈ ਜਾਂਦੇ, ਹਟਦੇ ਨਹੀਂ। ਤੇ ਇਸ ਪ੍ਰਕਾਰ ਗ੍ਰਸਤੀ ਬਿਅੰਗਮ ਇੱਕ ਜਿਹਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਆਪਣੇ ਮਨ ਨੂੰ ਹੋੜਨਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵਕਾਰ ਪਾਥਰ ਗਲਹਿ ਬੰਨ੍ਹੈ ਨਿੰਦ ਪੋਟ ਸਰਾਏ। ਫਿਰ ਦੂਜੇ ਦੀ ਨਿੰਦਾ ਕਰਨ ਦੀ ਪੋਟਲੀ ਜਿਹੜੀ ਹੈ, ਇਹ ਤਾਂ ਪੰਡ ਭਾਰੀ ਸਿਰ ਤੇ ਚੁੱਕੀ ਹੋਈ ਹੈ। ਹਰ ਵੇਲੇ ਦੂਸਰੇ ਨੂੰ ਬੁਰਾ ਹੀ ਬੋਲਦਾ ਰਹਿੰਦਾ ਕਿ ਉਹ ਨਹੀਂ ਚੰਗਾ, ਉਹ ਨਹੀਂ ਚੰਗਾ। ਤੂੰ ਆਪਣੇ ਵੱਲ ਵੇਖ, ਤੂੰ ਕਿੰਨਾ ਕੁ ਚੰਗਾ ਹੈ। ਵਕਾਰ ਪਾਥਰ ਗਲਹਿ ਬੰਨ੍ਹੈ ਨਿੰਦ ਪੋਟ ਸਰਾਏ ਮਹਾਸਾਗਰ ਸਮੁੰਦ ਲੰਘਣਾ। ਬੜਾ ਮਹਾਸਾਗਰ ਵੈ ਉਹ ਸਮੁੰਦਰ ਜਿਹੜਾ ਤੂੰ ਸ਼ਾਸਤਰਾਂ ਵਿੱਚ ਜ਼ਿਕਰ ਆਉਂਦਾ ਹੈ
ਕਿ ਕਈ ਯੋਜਨ ਅੱਗ ਦਾ ਸਮੁੰਦਰ ਜੀਵ ਨੂੰ ਲੰਘਣਾ ਪੈਂਦਾ ਮਰਨ ਤੋਂ ਬਾਅਦ। ਫਿਰ ਕਈ ਯੋਜਨ ਇਹੋ ਜਿਹਾ ਜੰਗਲ ਆਉਂਦਾ ਕਿ ਜਿਹਦੇ ਕਿਰਪਾਨਾਂ ਵਰਗੇ ਤਿੱਖੇ ਪੱਤੇ ਹੁੰਦੇ ਆ, ਉਹਨਾਂ ਪੱਛ ਲੱਗਦੇ, ਫਿਰ ਚੀਰਿਆ ਜਾਂਦਾ। ਇੰਨੀ ਸਜ਼ਾ ਹੁੰਦੀ, ਉਹਨਾਂ ਨਾਲ ਖਹਿ ਖਹਿ ਕੇ ਕੱਢਦੇ ਆ ਉੱਥੋਂ। ਫਿਰ ਮਹਾਰਾਜ ਕਹਿੰਦੇ, ਦੱਸ ਤੇਰੀ ਜ਼ਿੰਦਗੀ ਕਿਹੜੇ ਕੰਮ ਆਈ? ਤੂੰ ਜ਼ਿੰਦਗੀ ਲਈ ਸੀ, ਜੀਵਨ ਲਿਆ ਸੀ, ਵਾਹਿਗੁਰੂ ਤੋਂ ਮੰਗ ਮੰਗ ਕੇ, ਤੇ ਵੇਖ ਲੈ ਕਿਹੜੇ ਕੰਮ ਆਇਆ। ਵਾਹਿਗੁਰੂ ਦਾ ਭਜਨ ਨਹੀਂ ਤਾਂ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਕਹੋ ਨਾਨਕ ਹਰ ਭਜਨ ਬਿਨ। ਮਹਾਰਾਜ ਕਹਿੰਦੇ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਦੱਸੋ ਜੀਵਨ ਕਿਹੜੇ ਕੰਮ ਹੈ? ਕਿਸੇ ਕੰਮ ਨਹੀਂ ਤੇਰੇ ਨਾਲੋਂ। ਤੇ ਫਿਰ ਮਹਾਰਾਜ ਨੇ ਕਿਹਾ, ਪਸ਼ੂ ਮਰੈ 10 ਕਾਜ ਸਵਾਰੈ, ਨਰੂ ਮਰੈ ਨਰ ਕਾਮ ਨਾ ਆਵੈ। ਤੂੰ ਕੰਮ ਹੀ ਨਹੀਂ ਆਉਂਦਾ ਕਿਸੇ। ਐਵੇਂ ਤੇਰੀ ਦੇਹ ਜਿਹੜੀ ਹੈ, ਜਿਹੜੇ ਆ ਉਹ ਪਸ਼ੂ ਜਿਹੜੇ ਹੈ ਖੜ ਖਾਵਹਿ ਅੰਮ੍ਰਿਤ ਦੇ, ਘਾਹ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਐ। ਤੂੰ 36 ਪ੍ਰਕਾਰ ਦੇ ਪਦਾਰਥ ਖਾ ਕੇ ਤੇ ਗੰਦਗੀ ਕਰ ਕਰਕੇ ਵਿਸ਼ਟਾ ਕਰਕੇ ਖਰਾਬ ਕਰੀ ਜਾਂਦਾ। ਵਾਹਿਗੁਰੂ ਦਾ ਭਜਨ ਨਹੀਂ ਕਰਦਾ ਹੈ, ਨਾਮ ਨਹੀਂ ਜਪਦਾ ਹੈ। ਦੱਸ ਤੇਰੀ ਜ਼ਿੰਦਗੀ ਕੌਣੇ ਕਾਮ? ਕਿਹੜੇ ਕੰਮ ਆ? ਫਜ਼ੂਲ ਚਲੀ ਜਾਵੇਗੀ, ਵਿਅਰਥ ਚਲੀ ਜਾਵੇਗੀ। ਇਹ ਮਹਾਰਾਜ ਜੀ ਨੇ 30 ਸ਼ਲੋਕ ਸਤਿਗੁਰਾਂ ਜੀ ਨੇ ਜੋ ਬਖਸ਼ਿਸ਼ ਕੀਤੇ ਅੱਜ ਦੀ ਕਥਾ ਵਿੱਚ। ਕੱਲ੍ਹ ਨੂੰ ਅੱਗੇ 31ਵੀਂ ਸ਼ਲੋਕ ਤੋਂ ਆਪਾਂ ਕਥਾ ਆਰੰਭ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਨ ਦਿਆਲ ਸਤਿਗੁਰੂ ਜੀ ਦਾ ਸ਼ਹੀਦੀ ਗੁਰਪੁਰਬ ਹੈ। ਮਹਾਰਾਜ ਜੀ ਦਾ ਇਹ ਪਵਿੱਤਰ ਪੁਰਬ ਸੰਸਾਰ ਭਰ ਵਿੱਚ ਸਿੱਖ ਬਹੁਤ ਸ਼ਰਧਾ ਤੇ ਬਰਾਗ ਨਾਲ ਮਨਾਉਂਦੇ ਹੈ। ਮਹਾਰਾਜ ਦੀ ਸ਼ਹਾਦਤ ਅਦੁੱਤੀ ਹੈ, ਵਿਲੱਖਣ ਹੈ। ਆਪਣੇ ਇਸ਼ਟ ਲਈ, ਆਪਣੇ ਧਰਮ ਲਈ ਹਰ ਕੋਈ ਕੁਰਬਾਨੀ ਕਰਦਾ ਹੈ। ਹਜੂਰ ਐਡੇ ਪਰਉਪਕਾਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਿੰਦੂ ਕੌਮ ਤੇ ਤਿਲਕ ਤੇ ਜੰਜੂ ਦੀ ਖਾਤਰ ਸਤਿਗੁਰਾਂ ਜੀ ਨੇ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਜਾਣ ਕੇ ਇਹ ਰੁਕੀ ਹੋਈ ਕਥਾ ਨਾਲੇ ਆਪਾਂ ਸੰਪੂਰਨ ਕੀਤੀ। ਮਹਾਰਾਜ ਅੱਗੇ ਕਰਾਉਣ ਸੰਪੂਰਨ, ਸਤਿਗੁਰੂ ਰਹਿਮਤ ਕਰਨ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਮਨ ਮਾਇਆ ਮੈਂ ਫਦ ਰਹਿਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦੁਰ ਸਿਮਰਿਐ, ਗੁਰੂ ਤੇਗ ਬਹਾਦੁਰ ਸਿਮਰਿਐ। ਗੁਰੂ ਤੇਗ ਬਹਾਦੁਰ ਸਿਮਰਿਐ, ਗੁਰੂ ਤੇਗ ਬਹਾਦੁਰ ਸਿਮਰਿਐ। ਗੁਰੂ ਤੇਗ ਬਹਾਦੁਰ ਸਿਮਰਿਐ, ਗੁਰੂ ਤੇਗ ਬਹਾਦੁਰ ਸਿਮਰਿਐ। ਗੁਰੂ ਤੇਗ ਬਹਾਦੁਰ ਸਿਮਰਿਐ, ਗੁਰੂ ਤੇਗ ਬਹਾਦੁਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।